ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕੁਝ ਹਦਾਇਤਾਂ ਤੇ ਨਾਲ ਹੀ ਕੁਝ ਜਾਣਕਾਰੀ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਇੱਕ ਇੱਕ ਕਰਕੇ ਤੁਹਾਨੂੰ ਦੱਸਾਂਗੇ। ਜੋ ਬਿਲਕੁਲ ਤਾਜ਼ਾ ਜਾਣਕਾਰੀ ਦਿੱਤੀ ਗਈ ਹੈ ਉਹ ਉਹਨਾਂ ਵਿਅਕਤੀਆਂ ਦੇ ਵਾਸਤੇ ਹੈ ਜੋ ਕੈਨੇਡਾ ਦੇ ਨਾਗਰਿਕ ਬਣਨ ਦੀ ਤਿਆਰੀ ਵਿੱਚ ਨੇ, ਪਰ ਇਸ ਸਮੇਂ ਉਹ ਬਾਹਰਲੇ ਮੁਲਕਾਂ ਦੇ ਵਿੱਚ ਮੌਜੂਦ ਨੇ ਕਿ ਕੋਵਿਡ-19 ਦੇ ਕਰਕੇ ਉਹ ਇੱਥੇ ਆ ਨਹੀਂ ਸਕੇ। ਇਸ ਦੌਰਾਨ ਜਿੱਥੇ ਵੱਖੋ ਵੱਖਰੀਆਂ ਸਰਕਾਰ ਦੇ ਵੱਲੋਂ ਇੱਥੇ ਛੋਟ ਦਿੱਤੀ ਜਾ ਰਹੀ ਹੈ, ਫਿਰ ਚਾਹੇ ਉਹ ਵਿੱਤੀ ਸਹਾਇਤਾ ਨੂੰ ਲੈ ਕੇ ਹੋਵੇ ਜਾਂ ਫਿਰ ਕੋਈ ਕਾਗਜ਼ ਪੱਤਰ ਪੂਰਾ ਕਰਨ ਨੂੰ ਲੈ ਕੇ ਹੋਵੇ, ਤਾਂ ਉੱਥੇ ਹੀ ਇੱਥੇ ਜਾਣਕਾਰੀ ਦਿੱਤੀ ਗਈ ਹੈ ਕਿ ਜੇਕਰ ਤੁਸੀਂ ਕੈਨੇਡਾ ਤੇ ਬਾਹਰ ਮੌਜੂਦ ਹੋ ਤਾਂ ਇਸ ਦੌਰਾਨ ਦੇ ਸਮੇਂ ਨੂੰ ਤੁਹਾਡੇ ਕੈਨੇਡਾ ਵਿੱਚ ਹੋਣ ਦੇ ਸਮੇਂ ਦੇ ਮੁਤਾਬਕ ਨਹੀਂ ਜੋੜ ਕੇ ਦੇਖਿਆ ਜਾਵੇਗਾ, ਕਿਉਂਕਿ ਜੋ ਸੀਮਾ ਹੁੰਦੀ ਹੈ ਕਿ ਤੁਸੀਂ ਇੰਨੇ ਦਿਨ ਕੈਨੇਡਾ ਦੇ ਵਿੱਚ ਰਹਿਣਾ ਹੈ ਤਾਂ ਉਸ ਤੋਂ ਬਾਅਦ ਹੀ ਤੁਹਾਨੂੰ ਨਾਗਰਿਕਤਾ ਮਿਲ ਸਕਦੀ ਹੈ। ਉਹ ਜਿਹੜੀ ਸੀਮਾ ਹੈ ਉਹ ਉਸੇ ਤਰ੍ਹਾਂ ਰਹੇਗੀ। ਕੋਵਿਡ-19 ਦੇ ਕਰਕੇ ਉਸ ਵਿੱਚ ਛੋਟ ਨਹੀਂ ਮਿਲੇਗੀ, ਪਰ ਇਸ ਦੇ ਵਿੱਚ ਵੀ ਕੁਝ ਵਿਅਕਤੀਆਂ ਦੇ ਵਾਸਤੇ ਛੋਟ ਜ਼ਰੂਰ ਹੈਗੀ ਹੈ। ਉਸ ਦੇ ਲਈ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਆਪਣੀ ਵੈਬਸਾਈਟ ਦੇ ਉੱਤੇ ਜਾਣਕਾਰੀ ਵੀ ਦਿੱਤੀ ਗਈ ਹੈ, ਉਹ ਤੁਹਾਨੂੰ ਮੈਂ ਦੱਸਾਂਗੀ। ਤੇ ਇਸ ਦੇ ਵਿੱਚ ਹੀ ਜਿਹੜੀ ਦੂਜੀ ਅਪਡੇਟ ਦਿੱਤੀ ਗਈ ਹੈ ਉਹ ਇਹ ਹੈ ਕਿ ਕੈਨੇਡਾ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਤੇ ਕੈਨੇਡਾ ਦੇ ਬਾਹਰਲੇ ਮੁਲਕਾਂ ਵਿੱਚ ਇਮੀਗ੍ਰੇਸ਼ਨ ਦੇ ਨਾਮ ਦੇ ਉੱਤੇ ਕੋਵਿਡ-19 ਨੂੰ ਲੈ ਕੇ ਵੀ ਕਈ ਠੱਗੀਆਂ ਮਾਰਨ ਦੇ ਜਾਂ ਫਿਰ ਲੋਕਾਂ ਨੂੰ ਮੂਰਖ ਬਣਾਉਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਨੇ। ਤੇ ਉਸ ਤੋਂ ਬਚਣ ਦੇ ਵਾਸਤੇ ਲੋਕਾਂ ਨੂੰ ਕਿਹਾ ਗਿਆ ਕਿ CIC ਦੀ ਵੈਬਸਾਈਟ ਹੈ, ਸਿਰਫ ਉਸ ਦੇ ਉੱਤੇ ਜੋ ਜਾਣਕਾਰੀ ਦਿੱਤੀ ਜਾ ਰਹੀ ਹੈ ਉਸ ਦੇ ਉੱਤੇ ਜਿੰਨੇ ਵੀ ਸਮੇਂ ਦੇ ਉੱਤੇ ਅਪਡੇਟਸ ਕੀਤੀਆਂ ਜਾ ਰਹੀਆਂ ਨੇ ਉਸੇ ਦੇ ਉੱਤੇ ਯਕੀਨ ਕੀਤਾ ਜਾਵੇ ਤੇ ਉਸ ਮੁਤਾਬਕ ਹੀ ਕੰਮ ਹੋ ਰਿਹਾ ਹੈ। ਕਿਉਂਕਿ ਕੋਵਿਡ-19 ਦੇ ਕਰਕੇ ਜਿੱਥੇ ਇੱਕ ਪਾਸੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਕਈ ਚੀਜ਼ਾਂ ਬਦਲੀਆਂ ਗਈਆਂ ਨੇ, ਜਿਵੇਂ ਇੰਟਰਨੈਸ਼ਨਲ ਸਟੂਡੈਂਟਸ ਨੂੰ 20 ਘੰਟੇ ਤੋਂ ਜ਼ਿਆਦਾ ਕੰਮ ਕਰਨ ਦੇ ਵਾਸਤੇ ਖੁੱਲ੍ਹ ਦਿੱਤੀ ਗਈ ਹੈ ਘੰਟਿਆਂ ਦੀ, ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ 'ਚ ਬਦਲਾਅ ਕੀਤਾ ਗਿਆ ਹੈ। ਪਰ ਕੁਝ ਲੋਕਾਂ ਦੇ ਵੱਲੋਂ ਇਸ ਬਦਲਾਅ ਦੇ ਵਿੱਚ ਆਪਣੇ ਵੱਲੋਂ ਕੁਝ ਚੀਜ਼ਾਂ ਜੋੜ ਕੇ ਲੋਕਾਂ ਨੂੰ ਮੂਰਖ ਵੀ ਬਣਾਇਆ ਜਾ ਰਿਹਾ ਹੈ। ਤੇ ਇਸ ਦੇ ਵਿੱਚ ਜਦੋਂ ਫਿਰ ਉਹ ਸਵਾਲ ਪੁੱਛਦੇ ਨੇ ਇਮੀਗ੍ਰੇਸ਼ਨ ਵਿਭਾਗ ਨੂੰ ਕਿ ਕੀ ਅਜਿਹਾ ਕੀਤਾ ਜਾ ਰਿਹਾ ਹੈ, ਜਾਂ ਫਿਰ ਇਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਇਮੀਗ੍ਰੇਸ਼ਨ ਵਿਭਾਗ ਕੋਲ ਆਉਂਦੇ ਨੇ ਜਾਂ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਾਂ ਫਿਰ ਸ਼ਿਕਾਇਤਾਂ ਆਉਂਦੀਆਂ ਨੇ ਕਿ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ਦੇ ਉੱਤੇ ਕੋਈ ਠੱਗੀ ਕਰੀ ਗਈ ਹੈ, ਕਿ ਉਸ ਜਾਣਕਾਰੀ ਦੇ ਵਿੱਚ ਆਪਣੇ ਵੱਲੋਂ ਕੋਈ ਜਾਣਕਾਰੀ ਜੋੜ ਦਿੱਤੀ ਜਾਂਦੀ ਹੈ ਜਾਂ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਹੈ। ਤਾਂ ਅਜਿਹਾ ਨਾ ਹੋਵੇ, CIC ਦੀ ਵੈਬਸਾਈਟ ਦੇ ਉੱਤੇ ਜਿਹੜੀ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਉਸੇ 'ਤੇ ਯਕੀਨ ਕੀਤਾ ਜਾਵੇ, ਜਾਂ ਫਿਰ ਜਿਹੜਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿਹੜਾ ਕੈਨੇਡਾ ਸਰਕਾਰ ਦੇ ਕਿਸੇ ਮੰਤਰੀ ਦੇ ਵੱਲੋਂ ਜਦੋਂ ਤੱਕ ਉਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ ਉਦੋਂ ਤੱਕ ਯਕੀਨ ਨਾ ਕੀਤਾ ਜਾਵੇ। ਸਿਰਫ ਇੰਨਾ ਹੀ ਨਹੀਂ, ਨਾਲ ਹੀ ਇਹ ਵੀ ਤੀਜੀ ਅਪਡੇਟ ਇਹ ਦਿੱਤੀ ਗਈ ਹੈ ਕਿ ਜਿੰਨੇ ਵੀ ਨਾਗਰਿਕਤਾ ਲੈਣ ਦੇ ਵਾਸਤੇ ਆਪਣੀਆਂ ਐਪਲੀਕੇਸ਼ਨਸ ਦੇਣੀਆਂ ਸੀ ਵਿਅਕਤੀਆਂ ਨੇ, ਜੇਕਰ ਉਹ ਪੂਰੀਆਂ ਹੋ ਗਈਆਂ ਨੇ ਤਾਂ ਉਹ ਸਬਮਿਟ ਕਰਵਾ ਸਕਦੇ ਨੇ। ਇਹ ਨਹੀਂ ਹੈ ਕਿ ਅਰਜ਼ੀਆਂ ਦਾ ਕੰਮ ਕੋਵਿਡ-19 ਦੇ ਕਰਕੇ ਰੁਕ ਗਿਆ ਹੈ, ਪਰ ਹੌਲੀ ਹੋ ਗਿਆ ਹੈ, ਇਸ ਦੌਰਾਨ ਰੁਕਿਆ ਨਹੀਂ ਹੈ ਕੰਮ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਜਿਨ੍ਹਾਂ ਨੂੰ ਵੀ ਕਿਹਾ ਗਿਆ ਸੀ ਕਿ ਤੁਸੀਂ ਜਿਹੜੀਆਂ ਅਰਜ਼ੀਆਂ ਨੇ ਜਾਂ ਕੋਈ ਕਾਗਜ਼ ਪੱਤਰ ਪੂਰਾ ਕਰਕੇ ਇੰਨੇ ਦਿਨਾਂ ਦੇ ਵਿੱਚ ਪਹੁੰਚਾਉਣਾ ਹੈ, ਉਸ ਦੇ ਵਿੱਚ ਜ਼ਰੂਰ ਛੋਟ ਦੇ ਦਿੱਤੀ ਗਈ ਹੈ ਕਿ ਨਾਗਰਿਕਤਾ ਦੇ ਵਾਸਤੇ ਜਿੰਨੇ ਵੀ ਜਿਹੜੇ ਕਾਗਜ਼ ਇਕੱਠੇ ਕਰਨੇ ਨੇ ਜਾਂ ਉਹ ਜਾਣਕਾਰੀ ਅੱਗੇ ਪਹੁੰਚਾਉਣ ਵਾਸਤੇ ਇਮੀਗ੍ਰੇਸ਼ਨ ਵਿਭਾਗ ਨੂੰ ਦੁਬਾਰਾ ਉਹ ਜਾਣਕਾਰੀ ਭੇਜਣ ਲਈ ਸਮਾਂ ਮਿਆਦ ਹੈ ਜੋ ਉਸ ਨੂੰ ਜ਼ਰੂਰ ਵਧਾ ਦਿੱਤਾ ਗਿਆ ਹੈ, ਕਿ ਜਿੰਨੀ ਵੀ ਸਮਾਂ ਮਿਆਦ ਪਹਿਲਾਂ ਸੀ ਉਸ ਦੇ ਵਿੱਚ 90 ਦਿਨ ਹੋਰ ਜੋੜ ਦਿੱਤੇ ਗਏ ਨੇ, 90 ਦਿਨ ਦੀ ਹੋਰ ਛੋਟ ਦੇ ਦਿੱਤੀ ਗਈ ਹੈ, ਤਾਂ ਕਿ ਜੇਕਰ ਕਿਸੇ ਵਿਭਾਗ ਦਾ ਕੰਮ ਇਸ ਸਮੇਂ ਬੰਦ ਵੀ ਹੈ ਜਾਂ ਰੁਕਿਆ ਵੀ ਹੋਇਆ ਕੋਵਿਡ-19 ਦੇ ਕਰਕੇ, ਤਾਂ ਉਸ ਦਾ ਪ੍ਰਭਾਵ ਉਸ ਸਮਾਂ ਮਿਆਦ ਦੇ ਉੱਤੇ ਨਾ ਪਵੇ ਤੇ ਇਸ ਸੰਬੰਧੀ ਕਿਸੇ ਨੂੰ ਵੀ ਸੰਘਰਸ਼ ਨਾ ਕਰਨਾ ਪਵੇ। ਤੇ ਇਮੀਗ੍ਰੇਸ਼ਨ ਵਿਭਾਗ ਨੇ ਖਾਸ ਤੌਰ ਤੇ ਕਿਹਾ ਕਿ ਪਹਿਲਾਂ ਤੋਂ ਜਿਹੜੀਆਂ ਐਪਲੀਕੇਸ਼ਨਸ ਉਹਨਾਂ ਕੋਲ ਮੌਜੂਦ ਨੇ ਉਸ ਦੀ ਜਾਣਕਾਰੀ ਪੂਰੀ ਨਾ ਹੋਣ ਕਰਕੇ ਉਹਨਾਂ ਨੂੰ ਰੱਦ ਨਹੀਂ ਕੀਤਾ ਜਾਵੇਗਾ, ਸਗੋਂ ਕੋਵਿਡ-19 ਦੇ ਕਰਕੇ ਇਸ ਦੀ ਉਡੀਕ ਕੀਤੀ ਜਾਵੇਗੀ। ਤੇ ਨਾਲ ਹੀ ਇਸ ਸੰਬੰਧੀ ਜਿਹੜੀਆਂ PR ਵਾਸਤੇ ਵੀ ਫਾਈਲਾਂ ਲਾਈਆਂ ਹੋਈਆਂ ਨੇ ਕਿਸੇ ਨੇ, ਉਹ ਵੀ ਰੱਦ ਨਹੀਂ ਹੋਣਗੀਆਂ। ਜੇਕਰ ਕੋਈ ਕਾਗਜ਼ ਪੱਤਰ ਦੀ ਕੋਈ ਕਮੀ ਹੈ ਤਾਂ ਉਸ ਸੰਬੰਧੀ ਉਹਨਾਂ ਦੇ ਨਾਲ ਸੰਪਰਕ ਕੀਤਾ ਜਾਵੇਗਾ, ਪਰ ਹੋ ਸਕਦਾ ਹੈ ਕਿ ਪ੍ਰਕਿਰਿਆ ਹੌਲੀ ਹੋ ਜਾਵੇ। ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਜੇਕਰ ਤੁਸੀਂ ਕੈਨੇਡਾ ਤੋਂ ਬਾਹਰ ਮੌਜੂਦ ਹੋ ਤਾਂ ਉਸ ਸਮੇਂ ਨੂੰ ਕੈਨੇਡਾ ਦੇ ਵਿੱਚ ਹੋਣ ਵਾਸਤੇ ਸਿਟੀਜ਼ਨਸ਼ਿਪ ਵਾਸਤੇ ਨਹੀਂ ਗਿਣਿਆ ਜਾਵੇਗਾ, ਪਰ ਉਸ ਦੇ ਵਿੱਚ ਜਿਨ੍ਹਾਂ ਨੂੰ ਛੋਟ ਦਿੱਤੀ ਗਈ ਹੈ ਉਹ ਨੇ ਜੋ PR ਨੇ ਤੇ ਕੈਨੇਡੀਅਨ ਆਰਮਡ ਫੋਰਸਿਸ ਵਾਸਤੇ ਕੰਮ ਕਰਦੇ ਨੇ, ਜਾਂ ਫਿਰ ਫੈਡਰਲ ਪਬਲਿਕ ਐਡਮਿਨਿਸਟ੍ਰੇਸ਼ਨ ਵਾਸਤੇ ਕੰਮ ਕਰਦੇ ਨੇ, ਜਾਂ ਫਿਰ ਪਬਲਿਕ ਸਰਵਿਸ ਕਿਸੇ ਵੀ ਸੂਬੇ ਦੀ ਕਰਦੇ ਨੇ। ਯਾਨੀ ਕਿ ਜੇਕਰ ਸਰਕਾਰੀ ਨੌਕਰੀ ਹੈ ਤੁਹਾਡੇ ਕੋਲ ਤਾਂ ਤੁਹਾਨੂੰ ਛੋਟ ਹੈਗੀ ਹੈ ਤੇ ਉਸ ਸਮੇਂ ਨੂੰ ਗਿਣਿਆ ਜਾ ਸਕਦਾ ਹੈ। ਉਸ ਦੇ ਵਿੱਚ ਵੀ ਤੁਹਾਨੂੰ ਅੱਗੇ ਐਪਲੀਕੇਸ਼ਨ ਭਰਨੀ ਪਵੇਗੀ ਤੇ ਉਸ ਐਪਲੀਕੇਸ਼ਨ ਨੂੰ ਰਿਵਿਊ ਕੀਤਾ ਜਾਵੇਗਾ ਵਿਭਾਗ ਦੇ ਵੱਲੋਂ, ਤੇ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਤੁਸੀਂ ਯੋਗ ਹੋ, ਕਿ ਤੁਸੀਂ ਬਾਹਰ ਸੀਗੇ ਪਰ ਇਸ ਦੇ ਵਿੱਚ ਉਹਨਾਂ ਨੂੰ ਕਾਰਨ ਸਹੀ ਲੱਗੇ, ਤੇ ਨਾਲ ਹੀ ਜਿਹੜੀਆਂ ਇਹ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜੋ ਸੂਬਾ ਸਰਕਾਰ ਜਾਂ ਫਿਰ ਫੈਡਰਲ ਸਰਕਾਰ ਜਾਂ ਫਿਰ ਫੈਡਰਲ ਫੌਜ ਦੇ ਵਾਸਤੇ ਜੇਕਰ ਕੋਈ ਵਿਅਕਤੀ ਕੰਮ ਕਰਦਾ ਹੈ ਤੇ PR ਹੈ ਉਹ, ਤਾਂ ਉਸ ਦੇ ਸਮੇਂ ਨੂੰ ਗਿਣਿਆ ਜਾ ਸਕਦਾ ਹੈ। ਸਿਰਫ ਇੰਨਾ ਹੀ ਨਹੀਂ, ਜੇਕਰ ਉਹ ਆਪਣੇ ਸਪਾਊਸ ਕਰਕੇ ਵੀ ਕਿਤੇ ਬਾਹਰ ਹੈ ਜਾਂ ਕਿਸੇ ਪੇਰੈਂਟ ਕਰਕੇ ਬਾਹਰ ਹੈ, ਮਾਂ ਜਾਂ
ਪਿਤਾ ਕਰਕੇ ਜਾਂ ਫਿਰ ਆਪਣੇ ਘਰ ਵਾਲਾ ਜਾਂ ਘਰਵਾਲੀ ਕਰਕੇ ਬਾਹਰ ਹੈ ਤਾਂ ਉਹਨਾਂ ਨੂੰ ਵੀ ਗਿਣਿਆ ਜਾ ਸਕਦਾ ਹੈ ਤੇ ਉਸ ਦੇ ਵਿੱਚ ਵੀ ਤੁਹਾਨੂੰ ਫਾਰਮ ਭਰਨਾ ਪਵੇਗਾ ਤੇ ਉਸ 'ਤੇ ਰਿਵਿਊ ਕੀਤਾ ਜਾਵੇਗਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਤੇ ਉਸ 'ਤੇ ਉਹਨਾਂ ਵੱਲੋਂ ਦੇਖਿਆ ਜਾਵੇਗਾ ਕਿ ਤੁਹਾਨੂੰ ਇਸ ਦੀ ਇਜਾਜ਼ਤ ਦੇਣੀ ਹੈ ਕਿ ਨਹੀਂ, ਕਿ ਤੁਹਾਨੂੰ ਸਿਟੀਜ਼ਨਸ਼ਿਪ ਵਾਸਤੇ ਤੁਸੀਂ ਯੋਗਤਾ ਰੱਖਦੇ ਹੋ ਜਾਂ ਨਹੀਂ, ਜਾਂ ਫਿਰ ਤੁਹਾਨੂੰ ਕੈਨੇਡਾ ਵਿੱਚ ਰਹਿ ਕੇ ਹੋਰ ਸਮਾਂ ਪੂਰਾ ਕਰਨਾ ਪਵੇਗਾ ਤਾਂ ਕਿ ਤੁਹਾਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਮਿਲ ਜਾਵੇ। ਤੇ ਇਸ ਦੇ ਵਾਸਤੇ ਜਿਹੜੀਆਂ ਐਪਲੀਕੇਸ਼ਨਸ ਵੀ ਨੇ ਉਹ ਵੀ ਲਈਆਂ ਜਾ ਰਹੀਆਂ ਨੇ। ਜਿਨ੍ਹਾਂ ਦੀ ਵੀ ਐਪਲੀਕੇਸ਼ਨਸ ਪੂਰੀਆਂ ਹੈਗੀਆਂ ਨੇ ਤੇ ਸਿਟੀਜ਼ਨਸ਼ਿਪ ਵਾਸਤੇ ਉਹਨਾਂ ਨੇ ਅਪਲਾਈ ਕਰਨਾ ਸੀ ਉਹ ਕਰ ਸਕਦੇ ਨੇ। ਅਜਿਹੀ ਜਾਣਕਾਰੀ ਉਹਨਾਂ ਵੱਲੋਂ ਦਿੱਤੀ ਗਈ ਹੈ। ਤੇ ਮੁੱਖ ਗੱਲ ਜਿਹੜੀ ਇਹਦੇ ਵਿੱਚ ਕਹੀ ਗਈ ਸੀ ਉਹ ਇਹ ਕਿ ਕਿਸੇ ਵੀ ਤਰ੍ਹਾਂ ਦੇ ਇਮੀਗ੍ਰੇਸ਼ਨ ਨੂੰ ਲੈ ਕੇ ਫਰਾਡ ਦੇ ਸ਼ਿਕਾਰ ਹੋਣ ਤੋਂ ਖੁਦ ਨੂੰ ਬਚਾਉਣ ਵਾਸਤੇ ਅਹਿਮ ਹੈ ਕਿ CIC ਦੀ ਵੈਬਸਾਈਟ ਦੇ ਉੱਤੇ ਜਾ ਕੇ ਖੁਦ ਹਰ ਜਾਣਕਾਰੀ ਦੀ ਪੁਸ਼ਟੀ ਕੀਤੀ ਜਾਵੇ। ਤੇ ਜਿਹੜੀ ਆਹ ਜਾਣਕਾਰੀ ਵੀ ਤੁਹਾਨੂੰ ਦੱਸੀ ਗਈ ਹੈ ਤੁਸੀਂ ਖੁਦ ਵੀ ਇਸ ਦੀ ਪੁਸ਼ਟੀ CIC ਦੀ ਵੈਬਸਾਈਟ 'ਤੇ ਜਾ ਕੇ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।